ਜੇ ਸੌ ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਬਾਣੀ ਇਤਨਾ ਵਤਾਰੀ ਹੈ, ਇੱਕ ਚੰਦਰਮਾ ਹਜ਼ਾਰਾਂ ਸੂਰਜ ਵੀ ਚੜ ਜਾਣ, ਇਹ ਭੂਤਾ ਆਕਾਸ਼ ਦੇ ਵਿੱਚ ਚਾਨਣ ਫੈਲਾਉਂਦੇ ਆ। ਚਿੱਤਾ ਆਕਾਸ਼ ਦੇ ਵਿੱਚ ਇਹਨਾਂ ਦਾ ਚਾਨਣ ਨਹੀਂ ਜਾਂਦਾ। ਇਤੇ ਚਾਨਣ ਹੁੰਦਿਆਂ ਇੰਨਾ ਚਾਨਣ ਹੋ ਜੇ ਕਿਹੜਾ ਕਿ ਹਜ਼ਾਰਾਂ ਸੂਰਜ ਸੈਂਕੜੇ ਚੰਦਰਮਾ ਇਕੱਠੇ ਹੋ ਕੇ ਪ੍ਰਕਾਸ਼ ਫੈਂਕਣ ਤਾਂ ਭੂਤਾ ਆਕਾਸ਼ ਸਾਰਾ ਪ੍ਰਕਾਸ਼ਮਾਨ ਹੋ ਸਕਦਾ ਹੈ। ਜੋ ਹਿਰਦੇ ਆਕਾਸ਼ ਹੈ ਇਸਮੇ ਇਸ ਦਾ ਚਾਨਣ ਨਹੀਂ ਜਾਂਦਾ, ਤਾਂ ਉੱਥੇ ਚਾਨਣ ਕੌਣ ਕਰਨ ਵਾਲਾ ਹੈ? ਉਸ ਨੂੰ ਕਿਹਾ ਗੁਰ ਬਿਨ ਘੋਰ ਅੰਧਾਰ। ਉੱਥੇ ਗੁਰੂ ਪਹੁੰਚਾਉਂਦਾ ਚਾਨਣ, ਉਤੋਂ ਬਿਨਾ ਅੰਧਕਾਰ ਹੀ ਆ। ਅਗਰ ਅਸੀਂ ਇਸ ਗੱਲ ਤੇ ਕਰੀਏ ਵੀ ਲੈ ਇਵੇਂ ਹੈ, ਬੰਦਾ ਤਾਂ ਗੁਰੂ ਕੋਈ ਹੈ ਨਹੀਂ, ਤਾਂ ਇੱਥੋਂ ਹੈ ਵੀ ਜੇ ਬੰਦਾ ਗੁਰੂ ਕੋਈ ਹੈ ਨਹੀਂ ਤਾਂ ਜਿਹੜੇ ਬੰਦੇ ਆਪ ਨੂੰ ਮੰਨੀ ਬੈਠੇ ਕਿਸੇ ਦੇ ਹਿਰਦੇ 'ਚ ਚਾਨਣ ਹੈ? ਕੋਈ ਆਪ ਨੂੰ ਇਹ ਜਾਣਦਾ ਮੈਂ ਕੀ ਹਾਂ? ਜਿੰਨੇ ਧਰਮ ਨਾਲ ਜੁੜੇ ਆ, ਹਿੰਦੂ, ਸਿੱਖ, ਮੁਸਲਮਾਨ, ਈਸਾਈ, ਪਾਰਸੀ, ਜੈਨ, ਬੌਧ, ਆਰੀਆ ਸਮਾਜੀ ਇਤਿਹਾਦਕ ਲੈ ਕਰਕੇ ਕੋਈ ਹੋਰ ਵੀ ਹੈ, ਉਸ ਦੇ ਅੰਦਰ ਚਾਨਣ ਹੋਵੇ ਤਾਂ ਇਹ ਸਰੀਰ ਨੂੰ ਮੈਂ ਕਿਉਂ ਕਹਿਣ? ਇਹ ਕਿਸੇ ਨੂੰ ਪੁੱਛ ਲਾ, ਇਹ ਸਰੀਰ ਮੈਂ ਬੱਧੇ ਹੋਏ ਹੈ ਵੀ ਮੈਂ ਸਰੀਰ ਹੂੰ, ਮੈਂ ਦੇਹ ਹੂੰ। ਇਸ ਨਿਰਣੇ ਦੇ ਲਈ ਭਾਰਦਵਾਜ ਜੀ 6 ਸਾਧੂ ਪਿੱਪਲ ਰਿਖੀ ਪਾਸ ਗਏ। ਆਹਾ ਹੀ ਸ਼ੰਕਾ ਲੈ ਕੇ ਵੀ ਹੇ ਪ੍ਰਭੂ, ਮਰਨ ਦਾ ਭੈ ਲੱਗਦਾ, ਮਰਨ ਦਾ ਭੈ ਲੱਗਦਾ ਹੈ। ਕਿਉਂ ਮਰਨ ਦਾ ਭੈ ਲੱਗਦਾ ਹੈ? ਇਸ ਲਈ ਲੱਗਦਾ ਹੈ, ਉਹਨੂੰ ਨਹੀਂ ਭੈ ਲੱਗਦਾ ਮਰਨ ਦਾ ਜਿਹਦਾ ਮਰਨ ਭੁੱਲਿਆ, ਕਿਉਂਕਿ ਜਿਹਨੂੰ ਭੋਗ ਭਰ ਭਲਾ ਜਿਹਦੇ ਕੋਲੇ ਯਾਰ ਚੰਗਾ ਖਾਣੇ ਆ, ਚੰਗਾ ਪਹਿਨਦੇ ਆ, ਐਂਸ਼ਾਂ ਲੁੱਟਦੇ ਆ, ਉਹ ਐਂਸ਼ ਹੈ ਜਿਹੜੀ ਸਾਧੂ ਨੇ ਕਿਹਾ ਕਿ ਮਰਨਾ ਇਸ ਨੂੰ ਭੁੱਲਿਆ ਦਇਆ ਸਿੰਘਾ, ਪਾਉਂਦਾ ਕਿਲੇ ਤੇ ਕੋਟ ਮਕਾਨ ਫਿਰਦਾ। ਜਿਨ੍ਹਾਂ ਨੂੰ ਇਹ ਯਾਦ ਹੈ ਉਹ ਸੰਤਾਂ ਪਾਸ ਗਏ, ਤਾਂ ਉਹਨਾਂ ਸੰਤਾਂ ਨੇ ਇਹਨਾਂ ਨੂੰ ਇਹ ਬਾਤ ਦੱਸੀ ਵੀ ਜਿੰਨਾ ਚਿਰ ਤੁਸੀਂ ਅਥਵਾ ਥੋਤੋ ਇਤਰ ਕੋਈ ਹੋਰ
ਇਹ ਹੱਡ ਮਾਸ ਤੇ ਖੂਨ ਤੇ ਚਮੜੀ, ਇਸ ਢਾਂਚੇ ਨੂੰ ਜਿੰਨਾ ਚਿਰ ਮੈਂ ਮੰਨਦੇ ਆ, ਤੁਹਾਨੂੰ ਖੁਦਾ ਵੀ ਨਹੀਂ ਬਚਾ ਸਕਦਾ ਮਰਨ ਜੰਮਣ ਤੋਂ। ਤੇ ਇਹ ਸਰੀਰ ਹੈ ਜਿਹੜੇ ਜਿਹਨੂੰ ਮੈਂ ਕਹਿੰਦਾ, ਇਹ ਸਾਰੇ ਜਿਵੇਂ ਪਕੌੜੇ ਤੇਲ ਦੇ ਵਿੱਚ ਤਲੀਦੇ ਆ, ਐ ਲੱਕੜੀਆਂ ਦੇ ਵਿੱਚ ਤਲੇ ਜਾਣਗੇ। ਤਾਂ ਧਰਮੀ ਲੋਕ ਆ ਜਿਹੜੇ, ਧਰਮੀਆਂ ਚੋਂ ਗਿਆਨੀ ਹੋਏ ਆ, ਜਿਹੜੇ ਧਰਮੀ ਲੋਕ ਹੈ, ਇਹ ਸਾਰੇ ਸਰੀਰ ਨੂੰ ਆਪਣਾ ਆਪਾ ਮੰਨਦੇ ਆ। ਚਾਹੇ ਕਿਸੇ ਨੇ ਨਾਮਦਾਨ ਲਿਆ, ਉਹ ਨਾਮਦਾਨ ਨੂੰ ਆਪਣਾ ਆਪਾ ਨਹੀਂ ਮੰਨਦੇ, ਨਾ ਨਾਮਦਾਨ ਦੇਣ ਵਾਲੇ ਨੂੰ ਆਪਣਾ ਆਪਾ ਮੰਨਦੇ ਆ। ਤੇ ਆਪਣਾ ਆਪਾ ਐਸ ਹੱਡ ਮਾਸ ਚਮੜੀ ਦੇ ਇਸ ਢਾਂਚੇ ਨੂੰ ਹੀ ਮੰਨਦੇ ਵੀ ਮੈਂ ਇਹ ਹਾਂ। ਇਸ ਤੋਂ ਇਤਰ ਜੋ ਵੀ ਕੋਈ ਹੈ ਪੰਜਾਬ ਖਿੱਤੇ ਦੇ ਵਿੱਚ ਸਭ ਤੋਂ ਮਹਿਮਾ ਦਿੱਤੀ ਹੋਈ ਹੈ ਵੀ ਉਹ ਸਭ ਤੋਂ ਉੱਚਾ ਔਰ ਸੁੱਚਾ ਹੈ ਜਿਹਨੇ ਅੰਮ੍ਰਿਤ ਛਕਿਆ। ਤਾਂ ਇਹ ਤਾਂ ਛਕਣ ਵਾਲੇ ਨੂੰ ਹੀ ਪਤਾ ਕਿ ਮੈਂ ਉੱਚਾ ਤੇ ਸੁੱਚਾ ਹਾਂ ਵੀ ਕਿ ਨਹੀਂ, ਪਰ ਫਿਰ ਵੀ ਇਹਦੀ ਮਹਿਮਾ ਹੈ ਵੀ ਜਿਹਨੇ ਅੰਮ੍ਰਿਤ ਛਕਿਆ ਨਾ ਉਹ ਤਾਂ ਮੁਕਤ ਹੈ। ਤਾਂ ਅੰਮ੍ਰਿਤ ਛਕੇ ਵਾਲੇ ਭੈਣ ਭਰਾ ਨੂੰ ਇਹ ਯਾਦ ਕਰਨਾ ਚਾਹੀਦਾ ਹੈ ਕਿ ਅੰਮ੍ਰਿਤ ਵਾਲੇ ਦਾ ਤੇ ਬਿਨਾਂ ਅੰਮ੍ਰਿਤ ਵਾਲੇ ਦਾ, ਦਾਰੂ ਪੀਣ ਵਾਲੇ ਦਾ ਇਹ ਪਕੌੜੇ ਤਲੇ ਜਾਣੇ ਇਹਦੇ ਸਰੀਰ ਤੇ ਲੱਕੜੀ 'ਚ। ਵੀ ਅੰਮ੍ਰਿਤ ਵਾਲੇ ਭਾਈਓ, ਤੁਸੀਂ ਆਪ ਨੂੰ ਸਰੀਰ ਮੰਨਦੇ ਆ ਵੀ ਮੈਂ ਦੇਹ ਹੂੰ, ਕਿ ਇਹ ਮੰਨਦੇ ਆ ਕਿ ਮੈਂ ਆਤਮਾ ਸਤ ਚਿਤ ਆਨੰਦ ਹੂੰ। ਤਾਂ ਜਿਹੜੇ ਕਈਆਂ ਨੇ ਵਿਚਾਰ ਕੀਤਾ ਉਹ ਇਹ ਤੁਹਾਨੂੰ ਬਤਾਉਣਗੇ ਕਿ ਇਹ ਜਿਹੜੀ ਦੇਹ ਹੈ, ਇਹ ਦੇਹ ਦਾ ਨਾਂ ਸੰਸਕ੍ਰਿਤ ਭਾਸ਼ਾ ਦੇ ਵਿੱਚ ਢੇਰ ਕਿਹਾ। ਜਿਵੇਂ ਕੂੜੇ ਕਰਕਟ ਦਾ ਢੇਰ ਹੁੰਦਾ ਹੈ, ਇਹਨੂੰ ਇਹ ਢੇਰ ਕਿਹਾ ਹੋਇਆ। ਹੱਡੀਆਂ ਦਾ, ਨਾੜੀਆਂ ਦਾ, ਮਾਸ ਦਾ, ਇਹ ਇੱਕ ਢੇਰੀ ਹੈ। ਤਾਂ ਗਿਆਨੀ ਪੁਰਸ਼ਾਂ ਨੇ ਦੇਹ ਨੂੰ ਇਹਦੇ ਹੁੰਦੇ ਕਿ ਦੇਹ ਨਹੀਂ, ਇਹ ਖੇ ਹੈ। ਤਾਂ ਨਾਮਦਾਨ ਵਾਲੇ ਭੈਣ ਭਰਾ ਸਮਝਣ ਤੇ ਅੰਮ੍ਰਿਤ ਛਕੇ ਵਾਲੇ ਭੈਣ ਭਰਾ ਸਮਝਣ ਵੀ ਤੁਸੀਂ ਇਸ ਖੇ ਦੀ ਢੇਰੀ ਤੇ ਬਹਿ ਕੇ ਆਪ ਨੂੰ ਮੈਂ ਆਨੇ ਆ ਕਿ ਕਿਸੇ ਹੋਰ ਸਥਾਨ ਬੈਠੇ ਆ। ਸਾਡੇ ਵਰਤਾਓ 'ਚ ਇਹ ਪਤਾ ਲੱਗਦਾ ਹੈ ਵੀ ਸਾਰੇ ਖੇ ਦੀ ਢੇਰੀ ਨੂੰ ਹੀ ਆਪਣਾ ਮੈਂ ਮੰਨਦੇ ਆ। ਇਹਨਾਂ 'ਚੋਂ ਕੋਈ ਉਹ ਵਿਰਲੇ ਪੁਰਸ਼ ਹੈ ਕਿ ਜਿਨ੍ਹਾਂ ਨੇ ਇਸ ਤੋਂ ਅੱਗੇ, ਅਗਰ ਜੇ ਇਸ ਤੋਂ ਅਗਲੀ ਬਾਤ ਇਹ ਨਹੀਂ ਜਾਣਦੇ, ਕੌਣ? ਜਿਨ੍ਹਾਂ ਨੇ ਕੋਈ ਨਾਮਦਾਨ ਲਿਆ ਅਥਵਾ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਅਥਵਾ ਜਿਨ੍ਹਾਂ ਨੇ ਨਹੀਂ ਛਕਿਆ। ਤਾਂ ਫਿਰ ਇਹ ਹੋਏਗਾ ਕਿ ਦੇਹ ਨੂੰ ਤਾਂ ਮੈਂ ਉਹ ਵੀ ਆਦੇ ਆ ਜਿਨ੍ਹਾਂ ਨੇ ਨਾ ਨਾਮਦਾਨ ਲਿਆ ਤੇ ਨਾ ਕਿਸੇ ਤੋਂ ਅੰਮ੍ਰਿਤ ਛਕਿਆ।
ਉਹ ਵੀ ਦੇਹ ਨੂੰ ਹੀ ਮੈਂ ਆਦੇ ਆ, ਤੇ ਤੁਸੀਂ ਅੰਮ੍ਰਿਤ ਛਕ ਕੇ ਵੀ ਸਰੀਰ ਨੂੰ ਹੀ ਮੈਂ ਆਨੇ ਆ, ਤੇ ਤੁਹਾਨੂੰ ਇਸ ਅੰਮ੍ਰਿਤ ਤੋਂ ਲਾਭ ਕਿਆ ਹੋਇਆ? ਤੁਹਾਨੂੰ ਉਹ ਨਾਮਦਾਨ ਦੀ ਪੰਡ ਦਾ ਲਾਭ ਕੀ ਹੋਇਆ ਜਦੋਂ ਇਸੇ ਮਿੱਟੀ ਦੇ ਢੇਰ ਨੂੰ, ਰਾਖ ਨੂੰ ਹੀ ਮੈਂ ਤੁਸੀਂ ਕਹਿੰਦੇ? ਤੇ ਇਸ ਰਾਖ ਦੇ ਨੂੰ ਤਾਂ ਗਾਈ, ਮੱਝ, ਕੂਕਰ, ਸੂਕਰ, ਗਰਦਬ, ਘੋੜੇ, ਖੋਤੇ ਸਾਰੇ ਮੈਂ ਆਦੇ। ਚੰਗਾ ਹੈ ਤੁਹਾਡੇ ਕੋਲੇ ਗ੍ਰੰਥ ਹੈ, ਸ਼ਾਸਤਰ ਹੈ, ਪੜ੍ਹ ਕੇ ਵੀ ਸਰੀਰ ਨੂੰ ਹੀ ਮੈਂ ਆਖੀ ਗਏ, ਤਾਂ ਫੇਰ ਆ ਜਾਓ ਕਿ ਇਹ ਭੁਲੇਖਾ ਹਿਰਦੇ ਚੋਂ ਕੱਢ ਦਿਓ ਕਿ ਵੀ ਜੀ ਮੈਂ ਤਾਂ ਮੁਕਤ ਹਾਂ। ਕਿਉਂ ਮੁਕਤ ਹੈ? ਇਹਦੇ ਲਈ ਰੁਕਾਵਟ ਹੈ। ਔਰ ਰੁਕਾਵਟ ਕੀ ਹੈ? ਜਿਹਨੇ ਪੁੰਨ ਦਾਨ ਨਹੀਂ ਕੀਤਾ ਉਹਦੇ ਲਈ ਸੁਰਗ ਦੀ ਰੁਕਾਵਟ ਹੈ। ਜਿਹਨੇ ਜਪ ਤਪ ਨਹੀਂ ਕੀਤਾ ਉਹਦੇ ਲਈ ਸੱਤ ਦੀ ਰੁਕਾਵਟ ਹੈ। ਜਿਹਨੇ ਵਿਚਾਰ ਨਹੀਂ ਕੀਤਾ ਉਹਦੇ ਲਈ ਪਰਮਾਤਮਾ ਨੂੰ ਜਾਣਨ ਦੀ ਰੁਕਾਵਟ ਹੈ। ਤੇ ਜਿਸਨੇ ਅੰਮ੍ਰਿਤ ਨਹੀਂ ਛਕਿਆ ਉਹਦੇ ਲਈ ਪਾਠ ਪੜਨ ਲਈ ਰੁਕਾਵਟ ਹੈ। ਜਿਸਨੇ ਨਾਮਦਾਨ ਨਹੀਂ ਲਿਆ ਉਹਦੇ ਲਈ ਉਸ ਪੰਕਤੀ 'ਚ ਬਹਿ ਕੇ ਪ੍ਰਸ਼ਾਦਾ ਵਰਤਾਉਣ ਤੇ ਛਕਣ ਦੀ ਰੁਕਾਵਟ ਹੈ। ਇਹ ਰੁਕਾਵਟਾਂ ਤਾਂ ਤੁਹਾਡੀਆਂ ਉਵੇਂ ਹੀ ਬਣੀਆਂ ਰਹੀਆਂ। ਕੋਈ ਐਸਾ ਮਜ਼ਹਬ ਹੈ ਕਿ ਜਿਹੜਾ ਰੁਕਾਵਟ ਦੂਰ ਕਰਦਾ? ਸਾਰਿਆਂ ਤੋਂ ਉੱਤਮ ਮਜ਼ਹਬ ਤਾਂ ਸਿੱਖ ਪੰਥ ਮੰਨਿਆ ਸੀ। ਸਿੱਖ ਪੰਥ ਹੈ ਜਿਹੜਾ, ਉਹਨੂੰ ਲਾਇਸੈਂਸ ਵਿਖਾਉਣਾ ਪੈਂਦਾ ਹੈ ਵੀ ਜੇ ਕਿਸੇ ਦਾਲ ਦੇ ਪਤੀਲੇ 'ਚ ਉਹਨੇ ਖੁਰਚਣਾ ਮਾਰਨਾ ਹੈ ਤਾਂ ਉਹਨੂੰ ਕਿਰਪਾਨ ਵਿਖਾਉਣੀ ਪਊ। ਆ ਵੇਖ ਭਾਈ, ਤਾਂ ਬਿਨਾਂ ਕਿਰਪਾਨ ਵਾਲੇ ਤੋਂ ਰੁਕਾਵਟ ਹੀ ਹੋ ਗਈ ਨਾ, ਵੀ ਤੂੰ ਨਹੀਂ ਇਸ ਦੇਗੇ 'ਚ ਕੋਈ ਖੁਰਚਣਾ ਮਾਰ ਸਕਦਾ। ਤੇਰੇ ਗਾਤਰਾ ਨਹੀਂ ਪਾਇਆ, ਤੂੰ ਨਹੀਂ ਲੋਹ ਤੇ ਰੋਟੀਆਂ ਲਾ ਸਕਦੀ ਮਾਈ ਭਾਈ ਕੋਈ। ਤਾਂ ਇਹ ਸਾਰਿਆਂ ਤੋਂ ਉੱਤਮ ਮੰਨਿਆ ਸੀਗਾ। ਜਦੋਂ ਇਹਦੇ 'ਚ ਰੁਕਾਵਟ ਨਹੀਂ ਦੂਰ ਹੋਈ ਤਾਂ ਤੁਹਾਨੂੰ ਵੇਖ ਲਓ ਦੁਨੀਆ ਤੇ ਜਿੰਨੇ ਮਜ਼ਹਬ ਪੰਥ ਕੋਈ ਵੀ ਰੁਕਾਵਟ ਨਹੀਂ ਦੂਰ ਕਰ ਸਕਦਾ। ਤੇ ਇੱਕ ਐਸੀ ਹੈ ਕਿ ਜਿਹਨੂੰ ਵੇਦਾਂਤ ਕਹਿੰਦੇ ਆ, ਉਹਨੇ ਕਿਹਾ ਜੋਗੀ, ਭੋਗੀ, ਲੋਭੀ, ਕ੍ਰੋਧੀ, ਹਤਿਆਰਾ, ਕਾਮੀ, ਸਭ ਨੂੰ ਵੇਦਾਂਤ ਦੀ ਆਗਿਆ ਕਿ ਮੁਕਤੀ ਲਈ ਤੈਨੂੰ ਕੋਈ ਨਹੀਂ ਰੋਕ ਸਕਦਾ ਅਗਰ ਤੂੰ ਮੁਕਤ ਹੋਣਾ ਚਾਹੁੰਦਾ ਹੈ ਤਾਂ। ਇਹ ਵੇਦਾਂਤ ਦਾ ਹੁਕਮ ਹੈ ਕਿ ਗੰਦਾ ਮੰਦਾ ਜਿਹਦੀ ਦ੍ਰਿਸ਼ਟੀ 'ਚ ਕੋਈ ਨਹੀਂ, ਬਾਕੀ ਧਰਮੀਆਂ ਦੀ ਦ੍ਰਿਸ਼ਟੀ 'ਚ ਚੰਗਾ ਮਾੜਾ ਹੈ। ਸੋਨਾ ਜੇ ਇਹ ਕਹੇ ਕਿ ਵਾਲੀਆਂ ਮਾੜੀਆਂ ਤੇ ਕੈਂਠਾ ਵਾਲਾ ਕੈਂਠਾ ਵਧੀਆ, ਤਾਂ ਇਹਦੇ ਲਈ ਉਪਾਦਾਨ ਨੂੰ ਵੇਖੋ। ਉਹ ਪਹਿਲੇ ਉਹ ਵਾਲੀਆਂ ਵੀ ਸੋਨਾ ਹੈ ਤੇ ਕੈਂਠਾ ਵੀ ਸੋਨਾ ਹੈ, ਤੇ ਇਹਨਾਂ 'ਚ ਵਧੀਆ ਘਟੀਆ ਦਾ ਸਵਾਲ ਕੀ? ਤੋ ਜਿਤਨੇ ਵੀ ਮਨੁੱਖ ਇਸ ਹੱਡ ਮਾਸ ਤੋਂ ਬਣੇ ਹੈ, ਤਾਂ ਇਹ ਸਾਰਿਆਂ ਦਾ ਪੰਜਾਂ ਤੱਤਾਂ ਦਾ ਪੰਚੀਕਰਨ ਹੋ ਕੇ ਇਹ ਸਰੀਰ ਬਣੇ ਹੈ। ਤੇ ਇਹਨਾਂ ਸਰੀਰਾਂ ਦੇ ਵਿੱਚੋਂ ਕਿਹੜਾ ਸਰੀਰ ਤਾਂ ਉੱਤਮ ਹੈ ਤੇ ਕੌਣ ਸਾ ਸਰੀਰ ਹੈ ਜਿਹੜਾ ਨਕਮਾ ਮਾੜਾ ਹੈ? ਇਹ ਤੁਹਾਨੂੰ ਕਿਸਨੇ ਭ੍ਰਾਂਤੀ ਪਾਤੀ ਵੀ ਇਹ ਚੰਗਾ ਹੈ ਤੇ ਇਹ ਮਾੜਾ ਹੈ? ਜਦੋਂ ਇੱਕ ਮਿੱਟੀ ਤੋਂ ਚੱਪਣ ਤੇ ਘੜਾ ਬਣੇ
ਤਾਂ ਘੜਾ ਤਾਂ ਖੈਰ ਵਧ ਗਿਆ, ਚੱਪਣ ਨਹੀਂ ਚੰਗਾ ਉਹ ਭਲਿਆ। ਜਿਸ ਮਿੱਟੀ ਤੋਂ ਘੜਾ ਬਣਿਆ ਉਸੇ ਮਿੱਟੀ ਦਾ ਹੀ ਚੱਪਣ ਹੈ, ਤੇ ਚੰਗਾ ਮਾੜਾ ਇਹਨਾਂ 'ਚ ਕਿਵੇਂ ਹੋ ਗਿਆ? ਜਿਹਦੇ ਚੋਂ 4 ਵਰਨ ਬਣਾਏ ਐ, ਵਰਗ ਬਣਾਏ ਐ ਕਿ ਹਿੰਦੂ, ਮੁਸਲਮ, ਸਿੱਖ ਤੇ ਈਸਾਈ, ਇਹ ਮੋਟੇ ਰੂਪ ਚ ਇਹ ਚਾਰੇ ਇੱਕੇ ਮਿੱਟੀ ਤੋਂ ਬਣੇ ਆ। ਤਾਂ ਇਹਨਾਂ ਦੇ ਵਿੱਚੋਂ ਕੌਣ ਮਾੜਾ ਤੇ ਫਿਰ ਕੌਣ ਚੰਗਾ? ਪਹਿਲਾਂ ਇੱਥੋਂ ਸ਼ੁਰੂ ਕਰੋ। ਦੂਜੇ ਪਾਸੇ ਆ ਗਿਆ ਕਿ ਇਹ ਜਿਹੜੇ ਪਾਤਰ ਹੈ ਮਿੱਟੀ ਦੇ ਹੈ, ਇਹ ਵੀ ਮਿੱਟੀ ਦੇ ਪਾਤਰ ਹੈ। ਉਹਨਾਂ ਪਾਤਰਾਂ 'ਚ ਕਿਸੇ 'ਚ ਆਟਾ ਭਰ ਦਿੰਦਾ ਗਰੀਬ ਆਦਮੀ, ਕਈ ਪਾਣੀ ਨਾਲ ਘੜੇ ਭਰੇ ਆ, ਕਈ ਆਟੇ ਨਾਲ ਭਰੇ ਆ, ਕਿਸੇ ਦਾ ਗੁੜ ਤੇਲ ਰੱਖਿਆ ਹੋਇਆ। ਤੇ ਇਹਦੇ 'ਚ ਵੀ ਇਹ ਆਟਾ ਨੂਣ ਤੇਲ ਨਾਲ ਹੀ ਭਰਦੇ ਆ। ਇਹਨੂੰ ਕੀ ਕਰਦੇ ਆ? ਸਾਗ ਸਬਜ਼ੀ ਭਰਤੀ, ਰੋਟੀਆਂ ਭਰਤੀਆਂ, ਪਾਣੀ ਭਰਤਾ। ਜਿਹੜਾ ਬਾਹਰਲਿਆਂ ਘੜਿਆਂ 'ਚ ਭਰਦੇ ਤੇ ਇਹਦੇ 'ਚ ਵੀ ਤਾਂ ਤੁਸੀਂ ਇਹ ਹੀ ਭਰਦੇ ਆ। ਇਹਦੇ 'ਚ ਕੀ ਪਾਉਣੇ? ਇਹ ਸਾਰੇ ਰੋਟੀ ਖਾਂਦੇ ਐ, ਸਭੀ ਲੋਕ ਪਾਣੀ ਪੀਂਦੇ ਐ, ਉਹ ਸਭੀ ਲੋਕ ਸਮਝ ਲਓ ਆਪਣਾ ਵਿਹਾਰੇ ਸਰੀਰ ਨਾਲ ਕਰਦੇ ਐ। ਤਾਂ ਫਿਰ ਇਹਦੇ ਵਿੱਚ ਉੱਚਾ ਤੇ ਨੀਵਾਂ ਕੌਣ ਹੋਇਆ? ਇੱਥੇ ਸਾਨੂੰ ਇਹ ਪਤਾ ਲੱਗਦਾ ਜਿਹੜਾ ਉੱਚੇ ਨੀਵੇਂ ਦੀ ਪਰਿਭਾਸ਼ਾ ਇਹ ਇੱਕ ਬੜੀ ਭਾਰੀ ਗਲਤੀ ਆ। ਤਾਂ ਉੱਥੇ ਆ ਗਿਆ ਸਾਡੇ ਪਾਸ ਮੁੰਡੇ ਆ ਜਿਹੜੇ ਇਹ ਨੀਵੇਂ ਮੈਂ ਨਾ ਕਿ ਜਿਨ੍ਹਾਂ ਦੇ ਛੋਟੇ ਛੋਟੇ ਕਾਰੋਬਾਰ ਹੈ ਆਪਣੇ ਨਿਰਵਾਹ ਜੋਗੇ। ਉੱਚੇ ਕੌਣ ਆ ਕਿ ਜਿਨ੍ਹਾਂ ਦੇ ਬੜੇ ਬੜੇ ਬਿਜ਼ਨਸ ਤੇ ਬੜੀਆਂ ਬੜੀਆਂ ਜ਼ਮੀਨਾਂ ਲੋਕਾਂ ਨੇ ਆਪਣੇ ਕਬਜ਼ੇ 'ਚ ਲਈਆਂ। ਉਹ ਜ਼ਮੀਨ ਦੀ ਅਪੇਖਿਆ ਨਾਲ ਉੱਚੇ ਹੈ ਤੇ ਛੋਟੇ ਰਹਿਣ ਜੋਗੇ ਘਰਾਂ ਦੀ ਅਪੇਖਿਆ ਨਾਲ ਇਹ ਨੀਵੇਂ ਹੈ। ਤਾਂ ਜਦੋਂ ਅਸੀਂ ਇਹਦੇ ਵਿਚਾਰ ਕਰਦੇ ਆ ਇਹਨਾਂ ਦੇ ਨਾਮ ਵੀ ਮਿਲਦੇ ਆ। ਹਰੀ ਸਿੰਘ, ਰਾਮ ਸਿੰਘ, ਗਿਆਨ ਸਿੰਘ, ਇਹ ਉੱਚੇ। ਜਿਨ੍ਹਾਂ ਨੂੰ ਉੱਚੇ ਬੋਲਦੇ ਉਹਨਾਂ ਦੇ ਵੀ ਨਾਮ ਇਹੀ ਬੋਲੇ ਜਾਂਦੇ। ਜਿਨ੍ਹਾਂ ਨੂੰ ਨੀਵੇਂ ਬੋਲਦੇ ਇਹਨਾਂ ਦੇ ਨਾਮ ਵੀ ਇਹੀ ਬੋਲੇ ਜਾਂਦੇ। ਜਿਨ੍ਹਾਂ ਨੂੰ ਉੱਚੇ ਬੋਲਦੇ ਉਹਨਾਂ ਦੇ ਵੀ 2 ਲੱਤਾਂ, 2 ਬਾਹਾਂ, 2 ਨੇਤਰ, 2 ਨਾਸਕਾਂ, 2 ਕੰਨ। ਤੇ ਜਿਨ੍ਹਾਂ ਨੂੰ ਨੀਵੇਂ ਬੋਲਦੇ ਆ ਉਹਨਾਂ ਦੇ ਵੀ ਇਹੀ ਹੈ। ਜਦੋਂ ਚੀਜ਼ਾਂ ਇੱਕੋ ਜਿਹੀਆਂ, ਸਾਰਾ ਤਾਣਾ ਬਾਣਾ ਸਭ ਕੋਲੇ ਤੁੱਲ ਹੈ, ਤਾਂ ਫਿਰ ਨੀਵੇਂ ਉੱਚਿਆਂ ਦਾ ਸਵਾਲ ਇਹ ਕਿਸਨੇ ਬਣਾਇਆ ਹੈ ਵੀ ਇਹ ਨੀਵਾਂ ਤੇ ਇਹ ਉੱਚਾ? ਭੁਲੇਖਾ ਕਿਉਂ ਪਾਇਆ? ਇਹ ਇਸ ਲਈ ਭੁਲੇਖਾ ਪਾਇਆ ਹੈ ਕਿ ਇਹ ਜਿਹੜੇ ਨੀਵੇਂ ਜਿਨ੍ਹਾਂ ਨੂੰ ਕਹਿੰਦੇ ਆ ਇਹ ਲੋਕਾਂ ਦੀਆਂ ਗੱਲਾਂ ਬਾਤਾਂ ਘੱਟ ਸੁਣਦੇ ਆ। ਕਿਉਂ? ਇਹਨਾਂ ਪਾਸ ਲੋਕਾਂ ਦੀਆਂ ਗੱਲਾਂ ਬਾਤਾਂ ਸੁਣਨ ਕੋਲੇ ਵਕਤ ਹੈ ਨਹੀਂ। ਇਹਨਾਂ ਕੋਲੇ ਸਾਰੀ ਗੱਲਬਾਤ ਆਪਣੀ ਕਿਰਤ ਕਮਾਈ ਦੀ ਮੁੱਢਵੇਂ ਆ। ਕਿਰਤ ਕਮਾਈ ਕਰਦੇ ਆ, ਆਪਣੀ ਜੀਵਿਕਾ ਚਲਾ ਰਹੇ ਆ। ਇਹ ਕਿਸ ਤੋਂ ਜਿਹਨੂੰ ਉੱਚੇ ਬੋਲਦੇ ਆ ਉਹਨਾਂ ਕੋਲੇ ਧਨ ਪਦਾਰਥ ਵਾਲਾ। ਜਿਨ੍ਹਾਂ ਕੋਲੇ ਧਨ ਪਦਾਰਥ ਵਾਲਾ ਤਾਂ ਉਹਨਾਂ ਦਾ ਵੇਖ ਲੋ। ਜਿਨ੍ਹਾਂ ਨੂੰ ਨੀਵੇਂ ਬੋਲਦੇ ਆ ਇਹ 400-500 ਦਿਹਾੜੀ ਦਾ ਲੈ ਕੇ ਤੇ ਸੰਤੋਖ ਕਰਕੇ ਹੱਸਦੇ ਹੱਸਦੇ ਘਰਾਂ ਨੂੰ ਜਾਂਦੇ ਆ ਵੀ 2 ਦਿਨਾਂ ਦਾ ਇਕੱਠਾ 1000 ਮਿਲ ਗਿਆ। ਤੇ ਜਿਨ੍ਹਾਂ ਨੂੰ ਵੱਡੇ ਆਨੇ ਆ,
ਜਿਨ੍ਹਾਂ ਕੋਲੇ 20-20 50-50 ਏਕੜ ਜ਼ਮੀਨ ਹੈ ਤੇ ਉਹ ਨਿੱਤ ਹੀ ਸਰਕਾਰ ਦੇ ਦਫ਼ਤਰ ਘੇਰਦੇ ਆ ਵੀ ਫਿਰ ਤੁਹਾਨੂੰ 20-50 ਏਕੜ ਜ਼ਮੀਨ ਦਾ ਲਾਭ ਤਾਂ ਕੋਈ ਨਾ ਹੋਇਆ, ਕਿਉਂਕਿ ਤੁਹਾਨੂੰ ਖੁਸ਼ੀ ਤੇ ਪ੍ਰਸੰਨਤਾ ਸੁੱਖ ਆਉਂਦਾ ਹੀ ਨਹੀਂ। ਇਹਨਾਂ ਹੀ ਅਮੀਰ ਜਾਦੇ ਤੇ ਇਹ ਗਰੀਬ ਜਾਦੇ, ਜਿਹੜੇ ਗਰੀਬ ਜਾਦੇ ਆ ਇਹ ਰੰਗ ਰੋਗਨ ਕਰਕੇ ਲੋਕਾਂ ਨੂੰ ਖੁਸ਼ ਕਰਦੇ ਆ। ਜਦੋਂ ਉਹਨਾਂ ਦਾ ਘਰ ਦੁਆਰ ਖੁਸ਼ ਰੰਗ ਰੋਗਨ ਨਾਲ ਚਮਕਾ ਦਿੰਦੇ ਆ ਤੇ ਉਹ ਜਿਹਦਾ ਬਾਬੂ ਦਾ ਸਰਦਾਰ ਦਾ ਘਰ ਇਹਨਾਂ ਨੇ ਰੰਗ ਰੋਗਨ ਕਰਕੇ ਚਮਕਾਇਆ, ਉਹਨੂੰ ਪ੍ਰਸੰਨਤਾ ਜਾਗਦੀ ਹੈ ਤੇ ਇਹਨੂੰ ਧਨ ਉਹਦੀ ਕਮਾਈ ਦੀ ਮਿਹਨਤ ਮਿਲ ਜਾਂਦੀ, ਇਹਨੂੰ ਪ੍ਰਸੰਨਤਾ ਜਾਗਦੀ। ਇਹਨਾਂ ਦੇ ਰੰਗ ਰੋਗਨ ਦੇ ਨਾਲ ਦੋ ਪਰਿਵਾਰ ਪ੍ਰਸੰਨ ਤੇ ਇੱਕ ਉਹ ਅਮੀਰ ਜਾਦੇ ਆ, ਉਹ ਰੰਗ ਰੋਗਨ ਨਹੀਂ ਕਰਦੇ, ਉਹ ਰੰਗਧਾਰੀ ਮੰਗਦੇ ਆ। ਜੇ ਤੋਂ ਰੰਗਧਾਰੀ ਮੰਗਦੇ ਆ ਉਹ ਪੀੜਤ ਹੋ ਜਾਂਦਾ ਹੈ ਕਿ ਜਦੋਂ ਉਹਨੂੰ ਮੈਥੋਂ ਉਹਨਾਂ ਨੇ ਕਰੋੜ ਮੰਗ ਲਿਆ ਤੇ ਨਹੀਂ ਤਿਆਰ ਹੋ ਜਾਗਾ, ਪਕੌੜੇ ਤਲੇ ਜਾਣਗੇ ਤੇਰੇ ਸਰੀਰ ਦੇ। ਤਾਂ ਇਸ ਵਾਸਤੇ ਨਾਨਕ ਜੀ ਨੇ ਕਿਹਾ ਸੀ ਵੀ ਇਹ ਗਰੀਬ ਨੀਚੇ ਡੇਗੇ ਹੋਏ ਹੈ, ਤਾਂ ਨਾਨਕ ਜੀ ਨੇ ਇਹ ਹਦਾਇਤ ਕਰਤੀ, ਉਹ ਭਲਿਓ ਜੇ ਤਾਂ ਅਮੀਰਾਂ ਦੇ ਬੱਚਿਆਂ ਨਾਲ ਰਹੋਗੇ ਤਾਂ ਰੰਗਦਾਰੀ ਮੰਗੋਗੇ, ਤੇ ਜੇ ਗਰੀਬਾਂ ਦੇ ਨਾਲ ਰਹੋਗੇ ਤਾਂ ਰੰਗ ਰੋਗਨ ਕਰੋਗੇ। ਉਹ ਵੀ ਖੁਸ਼ ਤੇ ਇਹ ਵੀ ਖੁਸ਼। ਹੁਣ ਵੇਖ ਲਓ ਕੀ ਚਾਹੁੰਦੇ ਆ, ਰੰਗਦਾਰੀ ਚਾਹੁੰਦੇ ਆ ਕਿ ਰੰਗ ਰੋਗਨ ਕਰਨਾ ਚਾਹੁੰਦੇ ਆ। ਸਾਡੇ ਨਾਲ ਜਿੰਨੇ ਸਭ ਰੰਗ ਰੋਗਨ ਕਰਦੇ ਔਰ ਪ੍ਰਸੰਨ ਹੈ ਤੇ ਨਾ ਰੰਗਦਾਰੀ ਮੰਗਦੇ, ਜਿਹਦਾ ਘਰ ਚਮਕਾ ਦਿੰਦੇ ਉਹ ਵੀ ਖੁਸ਼ ਔਰ ਇਹ ਜਿਹੜੇ ਚਮਕਾ ਕੇ ਆਉਂਦੇ ਇਹ ਵੀ ਖੁਸ਼। ਇਹਨੂੰ ਕਿਹਾ ਹੋਇਆ ਨੀਚੇ। ਨੀਚੇ ਕਿਉਂਕਿ ਇਹਨਾਂ ਦੇ ਘਰ ਛੋਟੇ। ਬਾਣੀ ਨੇ ਕਿਹਾ ਨੀਚਾ ਅੰਦਰ ਨੀਚ ਜਾਤ। ਜਿਨ੍ਹਾਂ ਨੂੰ ਤੂੰ ਨੀਚੇ ਕਹਿੰਦੇ ਇਹਨਾਂ ਤੋਂ ਕੋਈ ਹੋਰ ਵੀ ਨੀਚਾ ਹੈ। ਤਾਂ ਕਈ ਇੱਕ ਦੂਜੇ ਤੋਂ ਗਿਰੇ ਹੋਏ ਹੈ ਕਿ ਕੋਈ ਰੰਗ ਰੋਗਨ, ਕੋਈ ਕਿਰਤ ਕਰਨ ਵੀ ਨਹੀਂ ਜਾਣਦੇ, ਕੁਛ ਨਾ ਕੁਛ ਕੋਈ ਕੁੰਭ ਬਣਾਉਣ ਜਾਣਦਾ ਹੈ, ਕੋਈ ਲੱਕੜੀ ਦਾ ਕੰਮ ਬਣਾਉਣ ਜਾਣਦਾ ਹੈ, ਕੋਈ ਰੰਗ ਪਾਲਿਸ਼ ਕਰਨ ਜਾਣਦਾ, ਇੱਕ ਉਹ ਆ ਕਿ ਕੁਛ ਵੀ ਨਹੀਂ ਜਾਣਦੇ, ਉਹ ਇਸ ਤੋਂ ਨੀਚੇ ਹੋ ਗਏ। ਅਸੀਂ ਲੋਕ ਨਾਨਕ ਜੀ ਮਹਾਰਾਜ ਨੂੰ ਦੋ ਵੱਡੇ ਤਿੰਨ ਫਿਰਕੇ ਆ ਜਿਹੜੇ ਹਿੰਦੂ ਵੀ ਮੰਨਦੇ ਆ, ਸਿੱਖ ਵੀ ਮੰਨਦੇ ਔਰ ਮੁਸਲਮਾਨ ਵੀ ਆਦਰ ਕਰਦੇ। ਉਸ ਨਾਨਕ ਜੀ ਨੇ ਕਿਹਾ ਨੀਚਾ ਅੰਦਰ ਨੀਚ ਜਾਤ, ਕੋਈ ਹੋਰ ਵੀ ਨੀਚੀ ਹੂੰ ਅਤੀ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਓ ਕਿਆ ਰੀਸ, ਕਿਉਂਕਿ ਵੱਡਾ ਹੋ ਜਾਏਗਾ ਤਾਂ ਰੰਗਦਾਰੀ ਮੰਗੇਗਾ ਤੇ ਗਰੀਬ ਰਹੇਗਾ ਤਾਂ ਆਪਣੀ ਮਜ਼ਦੂਰੀ ਮੰਗੇਗਾ। ਇਸ ਵਾਸਤੇ ਨਾਨਕ ਜੀ ਦੀ ਫਲਸਫੀ ਸੀ ਜਿਹੜੀ ਉਹ ਬਿਲਕੁਲ ਸਹੀ ਸੀ। ਇਹ ਜਿਹੜੇ ਸਰਦੇ ਪੁੱਜਦੇ ਵੀ ਲੋਕ ਹਨ, ਇਹਨਾਂ ਦੇ ਬੱਚੇ ਕਿਉਂ ਵਿਗੜੇ? ਵਾਧਾ ਦੋਸ਼ ਮਾਂ ਪਿਓ ਦਾ ਹੈ, ਕਿਉਂਕਿ ਮਾਂ ਪਿਓ ਨੇ ਜਨਮ ਦੇ ਕੇ ਕਬੂਤਰ ਦੇ ਬੱਚਿਆਂ ਵਾਂਗੂ ਅਡਾਤੇ ਘਰੋਂ, ਮੁੜ ਕੇ ਘਰੇ ਨਹੀਂ ਵੜੇ, ਬੈਠਿਆਂ ਨੂੰ ਖਰਚੇ ਮਿਲਦੇ ਆ, ਗੰਦਿਆਂ ਬੰਦਿਆਂ ਦੇ ਵਿਚਾਰ ਲੈਂਦੇ, ਗੰਦੇ ਬੰਦੇ ਉਹਨਾਂ ਨੂੰ ਸੰਸਕਾਰ ਦਿੰਦੇ। ਉਹ ਸੰਸਕਾਰ ਐਸੇ ਹੋ ਗਏ ਕਿ ਉਹ ਨਾ ਤਾਂ ਛੱਡ ਸਕਦੇ ਆ। ਜਿਹਦੀ 100 ਏਕੜ ਜ਼ਮੀਨ ਹੈ, 50 ਏਕੜ ਜ਼ਮੀਨ ਹੈ,
ਤੇ ਧਨ ਪਦਾਰਥ ਦੇ ਭੰਡਾਰ ਹੈ। ਤੋ ਚਾਹੀਦਾ ਤਾਂ ਉਸ ਦੇ ਬੱਚਿਆਂ ਨੂੰ ਇਹ ਸਿੱਖਿਆ ਮਿਲੀ ਹੁੰਦੀ ਕਿ ਉਹਨਾਂ ਦੇ ਨਾਲ ਕੋਈ ਗਰੀਬ ਦਾ ਬੱਚਾ ਹੁੰਦਾ ਤਾਂ ਉਹ ਕਹਿੰਦੇ ਆ ਆਪਣੇ ਚੱਕ ਖਾ, ਮੈਂ ਚਕਾਉਣਾ ਤੈਨੂੰ ਬੋਰੀ ਹਰ ਦਾਣਿਆਂ ਦੀ ਲਾਹਤ ਹੋ ਗਈ। ਕਾਹਤੋਂ ਕਮਜ਼ੋਰੀ ਮੰਨਦਾ ਆ, ਮੈਂ ਤੈਨੂੰ ਆਖੇ ਜੋ ਕੁਛ ਆੜਤੀਆਂ ਦੇ ਚਕਾ ਦਿੰਨਾ। ਤੇ ਅਫਸੋਸ ਇਸ ਗੱਲ ਦਾ ਹੈ ਕਿ ਜਿਨ੍ਹਾਂ ਦੇ 100 ਕਿੱਲਾ ਹੈ ਉਹਨਾਂ ਦੇ ਬੱਚੇ ਚਿੱਠੀਆਂ ਕਰਦੇ ਵੀ ਸਾਨੂੰ 2 ਕਰੋੜ ਦੇਂਗਾ ਕਿ ਨਹੀਂ। ਉਹਨਾਂ ਦੇ ਵੱਸ ਨਹੀਂ। ਮਾਂ ਪਿਓ ਨੇ ਪਤਾ ਹੀ ਨਹੀਂ ਲਿਆ ਵੀ ਕਿੱਥੇ ਰਹਿੰਦੇ ਐ, ਕੀ ਕਰਦੇ ਐ, ਕੀ ਖਾਂਦੇ ਐ, ਕੀ ਪੀਂਦੇ ਐ। ਤਾਂ ਇਥੋਂ ਇਹ ਹੋ ਗਿਆ ਕਿ ਇਹ ਧਨ ਪਦਾਰਥ ਹੈ ਜਿਹੜੇ ਇਹ ਸੁਖਦਾਇਕ ਵਿਰਲੇ ਨੂੰ ਹੈ। ਤੁਸੀਂ ਸਮਝਦੇ ਹੋਵੋਗੇ ਵੀ ਧਨੀ ਪੁਰਸ਼ ਸੁਖੀ ਹੈ। ਅੱਛਾ ਕਿਉਂ? ਜਿਨ੍ਹਾਂ ਦੇ 4-4 2-2 4-4 ਘਰੇ ਟਰੈਕਟਰ ਗੱਡੀਆਂ ਚੜਨ ਲਈ ਤੇ ਭਾਂਡੇ ਆਦਿ ਤੋਂ ਲੈ ਕੇ ਖਾਣਾ ਪਕਾ ਕੇ ਪਰੋਸਣ ਵਾਲੇ 100 ਕਿੱਲੇ ਦੇ ਮਾਲਕ, ਉਹਨਾਂ ਨੂੰ ਚੰਗੇ ਸੰਸਕਾਰ ਨਾ ਮਿਲੇ, ਉਹਨਾਂ ਦੇ ਬੱਚੇ ਗਲਤ ਪਾਸੇ ਹੋ ਗਏ। ਤੋ ਨਾਨਕ ਜੀ ਮਹਾਰਾਜ ਨੇ ਕਿਹਾ ਕਿ ਇਹਨਾਂ ਨੂੰ 100 ਕਿੱਲੇ ਦੇ ਮਾਲਕ ਤੇ ਧਨ ਅੰਨਦਾਨੇ ਦੀ ਕੋਈ ਪਰਵਾਹ ਨਹੀਂ। ਇਹ ਇਹਨਾਂ ਦਾ ਕਰਮ ਫਲ ਹੈ। ਤਾਂ ਗੁਰੂਆਂ ਨੇ ਬਾਣੀ ਚ ਕਿਹਾ ਕਿ ਦਾਨੰ ਪਰਾ ਪੂਰਬੇਣ ਪੁਜੰਤੇ। ਇਹ ਪੂਰਬਲਿਆਂ ਦੇ ਵੱਡਿਆਂ ਬਜ਼ੁਰਗਾਂ ਨੇ ਮਿਹਨਤਾਂ ਚੰਗੀਆਂ ਕੀਤੀਆਂ ਤੇ ਆਪਣੀ ਜਾਇਦਾਦ ਵਧਾਉਂਦੇ ਰਹੇ, ਕਿਰਸ ਕਰਦੇ ਰਹੇ, ਸੰਤੋਖ ਨਾ ਕਮਾਉਂਦੇ ਖਾਂਦੇ ਰਹੇ ਤੇ ਅੱਜ ਉਹ ਰਾਜਿਆਂ ਦੇ ਸਮਾਨ ਉਹਨਾਂ ਦੀਆਂ ਜਾਇਦਾਦਾਂ ਮੁੱਲ ਵਾਲੀਆਂ ਹੋ ਗਈਆਂ। ਅਖੇ ਦਾਨੰ ਪਰਾ ਪੂਰਬੇਣ ਪੁਗੰਤੇ ਮਹੀਪਤੇ। ਜਿਵੇਂ ਰਾਜੇ ਭੋਗ ਕਰਦੇ ਧਰਤੀ ਤੇ ਸੁੱਖ ਮਾਣਦੇ, ਉਹਨਾਂ ਜਿੰਨੀ ਸਭ ਇਹਨਾਂ ਕੋਲੇ ਸਮੱਗਰੀ ਹੋ ਗਈ ਤੇ ਉਹਨਾਂ ਦੀ ਜਿਹੜੀ ਸੰਤਾਨ ਹੈ, ਇਹਨਾਂ ਨੇ ਸੰਤਾਨ ਦਾ ਪਤਾ ਨਹੀਂ ਲਿਆ। ਸੰਤਾਨ ਦੇ ਵਸ ਨੇ, ਵਸ ਸਾਰਾ ਮਾਂ ਪਿਓ ਦੇ ਸੀ। ਆਪਦੀਆਂ ਐਂਛਾਂ ਭੋਗਣ ਲਈ ਕਿ ਬੱਚੇ ਰੁਕਾਵਟ ਸਾਡੀਆਂ ਐਂਛਾਂ 'ਚ ਤੇ ਇਹਨਾਂ ਨੂੰ ਕੱਢੋ ਅਕੈਡਮੀਆਂ 'ਚ। ਉੱਥੇ ਨੌਕਰ ਨੂੰ ਭੇਜਦੇ ਆ ਖਰਚ ਦੇ ਕੇ, ਖੁਦ ਨਹੀਂ ਮੱਥੇ ਲੱਗਦੇ। ਤੇ ਉਹਦਾ ਅਸਰ ਇਹ ਹੋਇਆ ਅਖੇ ਦਾਨੰ ਪਰਾ ਪੂਰਬੇਣ ਪੂਜੰਤੇ ਮਹੀਪਤੇ। ਤੇ ਉਹਨਾਂ ਮਹੀਪਤੇ ਵਾਲੇ ਸੇਠਾਂ ਸਰਦਾਰਾਂ ਦੇ ਬੱਚਿਆਂ ਦੇ ਅਖੇ ਵਿਪਰੀਤ ਬੁੱਧੀ ਮਿਰਤ ਲੋਕ, ਇਸੇ ਮਿਰਤ ਲੋਕ ਤੇ ਬੁੱਧੀ ਵਿਪਰੀਤ ਹੋ ਗਈ। ਤੇ ਨਾਨਕ ਕਹਿੰਦੇ ਕਿ ਚਿਰੰਕਾਲ ਦੁੱਖ ਭੋਗਤੇ। ਜਿਨ੍ਹਾਂ ਦੇ ਭੋਗਣ ਲਈ ਘਰ 'ਚ ਸਭ ਸਮੱਗਰੀ ਉਪਲਬਧ ਸੀ, ਲੋਕ ਉਸ ਨੌਕਰ, ਕੋਈ ਝਾੜੂ ਦੇਣ ਵਾਲਾ, ਕੋਈ ਖੇਤੀ ਕਰਨ ਵਾਲਾ, ਸਾਰੇ ਨਮਸਕਾਰ ਜੀ, ਸਤਿ ਸ੍ਰੀ ਅਕਾਲ ਜੀ ਐਂ ਕਹਿ ਕੇ ਲੰਘਦੇ ਸੀ। ਤੇ ਉਹ ਨਾ ਤਾਂ ਘਰ ਦੀ ਰੋਟੀ ਖਾਂਦੇ ਤੇ ਸਾਰਾ ਦਿਨ ਟੀਵੀ ਚੈਨਲਾਂ ਤੇ ਵੇਖ ਲਓ, ਉਹਨਾਂ ਨੂੰ ਖਾਣ ਨੂੰ ਪੁਲਿਸ ਦੇ ਧੱਕੇ ਹੀ ਮਿਲਦੇ ਆ। ਪੁਲਿਸ ਐਂ ਲਈ ਜਾਂਦੀ, ਪੁਲਿਸ ਐਂ ਲਈ ਜਾਂਦੀ ਖਿੱਚ ਕੇ ਕਿ ਇਹ ਮਾਂ ਪਿਓ ਨੇ ਉਹਨਾਂ ਦੇ ਖਿਆਲ ਨਹੀਂ ਰੱਖੇ ਵੀ ਸਾਡੇ ਬੱਚੇ ਕਿਸ ਸੰਗਤੀ 'ਚ ਪਏ ਗਏ। ਸਾਡੇ ਬੱਚਿਆਂ ਨੂੰ ਚੰਗੀ ਸੰਗਤੀ ਮਿਲਣੀ ਚਾਹੀਏ। ਇਸ ਲਈ ਇਹ ਜਿਤਨੇ ਵੀ ਅਮੀਰ ਜਾਦੇ ਹੈ, ਇਹ ਆਪਣੇ ਬੱਚਿਆਂ ਦੀ ਚੰਗੀ ਸੰਗਤੀ 'ਚ ਪਾਉਣ। ਤਾਂ ਹੁਣ ਇੱਥੋਂ ਆ ਜਾਂਦਾ ਜੀ ਵੀ ਕਈ ਕਹਿੰਦੇ ਆ ਵੀ ਸਾਡੇ ਤਾਂ ਆਪ ਜੀ ਅੰਮ੍ਰਿਤ ਛਕਾਤਾ,
ਇਹ ਤਾਂ ਗੱਲ ਹੋ ਗਈ ਚੰਗੀ ਵੀ ਜਦੋਂ ਤੁਸੀਂ ਆਪ ਮਾਂ ਪਿਓ ਨੇ ਅੰਮ੍ਰਿਤ ਛਕਿਆ ਸੀ, ਉਹ ਮਾਂ ਪਿਓ ਅੰਮ੍ਰਿਤ ਤੋਂ ਪਹਿਲਾਂ ਵੀ ਸਬਰ ਸੰਤੋਖ ਵਾਲੇ ਸੀ। ਉਹ ਸਬਰ ਸੰਤੋਖ ਵਾਲਿਆਂ ਨੇ ਅੰਮ੍ਰਿਤ ਛਕਿਆ ਤੇ ਉਹਨਾਂ ਨੇ ਹੋਰ ਸਬਰ ਸੰਤੋਖ ਵੱਧ ਗਿਆ ਤੇ ਉਹਨਾਂ ਦੇ ਘਰ ਦੀ ਜਿਹੜੀ ਸਮੱਗਰੀ ਵੇਖ ਕੇ ਬੱਚਿਆਂ ਨੇ ਅੰਮ੍ਰਿਤ ਤਾਂ ਛਕ ਲਿਆ ਮਾਂ ਪਿਓ ਦੇ ਡਰਦਿਆਂ, ਤੇ ਉਹ ਵੀ ਅੰਮ੍ਰਿਤ ਛਕੇ ਵਾਲੇ ਅਸੀਂ ਉਹਨਾਂ ਦੇ ਨਾਂ ਤਾਂ ਨਹੀਂ ਲੈਂਦੇ, ਜਾਣਦੇ ਆਂ ਕਿ ਸਵਾਏ ਗਲਤ ਕੰਮ ਤੋਂ 80% ਉਹ ਆ ਕਿ ਜਿਹੜੇ ਗਲਤ ਕੰਮ ਕਰਦੇ ਆ ਤੇ 20% ਉਹ ਆ ਕਿ ਜਿਹੜੇ ਚੰਗੇ ਕੰਮ ਕਰਦੇ ਅੰਮ੍ਰਿਤ ਛਕਣ ਵਾਲੇ, ਤੇ ਉਹਨਾਂ ਦਾ ਵੀ ਪਰਦਾ ਕੱਜੀ ਬੈਠੇ। ਨਹੀਂ, ਬੱਚਿਆਂ ਦਾ ਖਿਆਲ ਰੱਖਣਾ ਜ਼ਰੂਰੀ ਹੈ। ਜਿਹੜੇ ਖਿਆਲ ਨਹੀਂ ਰੱਖਦੇ ਉਹ ਬੱਚੇ ਅੱਜ ਅਮੀਰਾਂ ਦੇ ਬੱਚੇ ਗਲਤ ਪਾਸੇ ਲੱਗੇ ਆ, ਗਲਤ ਕੰਮ ਕਰਦੇ ਆ। ਅਮੀਰਾਂ ਦੇ ਬੱਚੇ ਨੇ ਆਖਣਾ ਵੱਢ ਲਾ ਯਾਰ ਪੱਠੇ ਆਪਣੇ ਵੱਢ ਖਾ। ਵੱਢਦੇ ਲੋਕ ਪੱਠੇ ਲੈ ਕੇ ਪੰਡ ਲੈ ਕੇ ਆ ਗਿਆ ਯਾਰ ਆਪਣੇ ਪਟਲਾ ਖਾ, ਗਾਜਰਾਂ ਜਿੰਨੀਆਂ ਨੇ ਪਸੇਰੀ ਗਾਜਰਾਂ ਪੱਟੀਆਂ, ਹੋਰ ਲਸਣ ਪੱਟਿਆ, ਕਿਉਂਕਿ ਸਹਿੰਦੇ ਪੁੱਜਦੇ ਸੀ, ਲੋਕਾਂ ਨੂੰ ਸੁੱਖ ਦਿੰਦੇ ਸੀ। ਤੇ ਅੱਜ ਜਿਹੜੇ ਲੋਕਾਂ ਨੂੰ ਸੁੱਖ ਦਿੰਦੇ ਸੀ, ਐਸੀ ਪੈਸੇ ਦੀ ਚਾਲ ਪਈ ਤੇ ਮੁੱਛਾਂ ਮਰੋੜੀਆਂ ਵਾਲੇ ਸਰਦਾਰ ਇੱਥੇ ਯੂਪੀ ਦੇ ਬਿਹਾਰੀਆਂ ਤੋਂ ਇੱਥੇ ਸਬਜ਼ੀਆਂ ਖਰੀਦਦੇ ਫਿਰਦੇ ਆ, ਬਾਜ਼ਾਰ 'ਚ ਧੱਕੇ ਖਾਂਦੇ ਰੇਹੜੀਆਂ ਤੇ। ਕਿਉਂ? ਤੁਹਾਨੂੰ ਪੈਸੇ ਦੀ ਪੰਡ ਚਾਹੀਦੀ ਹੈ, ਤੁਹਾਡੀ ਕਮਾਈ ਚੋਂ ਤੁਸੀਂ ਐਸ਼ ਲਓ, ਸਾਗ ਸਬਜ਼ੀਆਂ ਖਾਓ, ਔਰ ਤੁਹਾਡੇ ਸਾਗ ਸਬਜ਼ੀਆਂ ਚੋਂ ਤੁਹਾਡੇ ਪਿੰਡ ਦੇ ਅਨੇਕਾਂ ਗਰੀਬ ਪਾਲਣ ਤੇ ਤੁਹਾਡਾ ਜਸ ਕਰਦੇ ਜਾਣ। ਇਹ ਸਾਰੇ ਲੋਕ ਵਿਗੜ ਕੇ ਕਿਸੇ ਨੂੰ ਵੱਟ ਤੇ ਨਹੀਂ ਚੜਨ ਦਿੰਦੇ, ਕਿਸੇ ਨੂੰ ਖੇਤ ਵਿੱਚ ਦੀ ਨਹੀਂ ਲੰਘਣ ਦਿੰਦੇ। ਸਾਨੂੰ ਪਤਾ ਸਾਡੇ ਖੇਤ ਥੋੜੇ ਸੀ ਤੇ ਉਤੋਂ ਦੇ ਵਲ ਕੇ ਉਹਨੇ ਮਾੜੀ ਜੀ ਲਈ ਵੱਡੀ, ਸਾਡੇ ਵੱਡੇ ਅਗਲੇ ਤੇ ਤੀਜੇ ਦੇ ਵਿੱਚ ਦੀ ਲੈ ਜਾਂਦੇ, ਇਤਰਾਜ਼ ਨਹੀਂ ਕਰਦੇ ਸੀ ਯਾਰ ਤੁਸੀਂ ਕਿੱਧਰ ਦੀ ਗੱਡਾ ਲੀਆਂ ਲੈ ਗਏ। ਲੋਕਾਂ 'ਚ ਸੰਤੋਖ ਸੇਵਾ ਦਾ ਸੰਸਕਾਰ ਸੀ। ਅੱਜ ਭੈਣ ਭਰਾ ਜੇ ਆਪਣੇ ਪਿਛਲੇ ਸੰਸਕਾਰਾਂ ਨੂੰ ਯਾਦ ਕਰੋ ਕਿ ਸਾਡੇ ਪੂਰਬਲੇ ਕਿਵੇਂ ਸੀ, ਉਹਨਾਂ ਦੀ ਰੀਸ ਕਰਕੇ ਅਗਾਂਹ ਨੂੰ ਵਧਣ ਲਈ ਚੱਲੋ ਤਾਂ ਤੁਹਾਡੇ ਪਿੰਡ ਦਾ ਅੱਗੇ ਸੀਗਾ ਕਿ ਪਿੰਡ ਦੀ ਲੜਕੀ ਸਾਰੇ ਪਿੰਡ ਵਾਸੀਆਂ ਦੀ ਬੇਟੀ ਸੀ। ਇਹ ਸਾਡੀ ਪਰੰਪਰਾ ਸੀ ਕਿ ਪਿੰਡ ਦੀ ਧੀ ਹੈ ਜਿਹੜੀ ਇੱਕ ਪਰਿਵਾਰ 'ਚ ਜਨਮੀ ਹੈ, ਉਸ ਪਰਿਵਾਰ ਦੀ ਬੇਟੀ ਨਹੀਂ, ਆਪਣੇ ਨਗਰ ਦੇ ਜਿੰਨੇ ਨਿਵਾਸੀ ਹੈ ਇਹ ਸਾਰਿਆਂ ਦੀ ਬੇਟੀ ਹੈ। ਕਿਤਨੀ ਮਹਿਮਾ ਸੀ ਸਾਡੇ ਲੋਕਾਂ ਦੀ। ਤੇ ਅੱਜ ਇਹ ਪਿੰਡ ਵਾਸੀ ਹੈ ਜਿਹੜੇ, ਸ਼ਹਿਰ ਵਾਸੀ ਹੈ ਜਿਹੜੇ ਪੜੋਸ ਦੀ ਬੇਟੀ ਨੂੰ ਹੀ ਪੜੋਸ ਦੇ ਲੜਕੇ ਲੜਕੀਆਂ ਧਕਾਉਂਦੇ ਆ। ਕੀ ਤੁਸੀਂ ਗੁਰਦੁਆਰੇ ਜਾਂਦੇ, ਮੰਦਰ ਜਾਂਦੇ, ਤੁਹਾਨੂੰ ਕਿਸੇ ਨੇ ਇਹ ਉਪਦੇਸ਼ ਨਹੀਂ ਦਿੱਤਾ? ਪਰ ਧਨ ਕੋ ਪੱਥਰ ਮਾਨੋ ਤੇ ਪਰ ਤ੍ਰਿਆ ਮਾਤ ਸਮਾਨ। ਸ਼ਾਸਤਰ ਗ੍ਰੰਥ ਆਦੇ ਆ, ਉਹ ਪਰਾਇਆ ਤਨ ਹੈ ਜਿਹੜਾ ਆ ਪੱਥਰ ਦੇ ਰੋੜੇ ਪਏ ਆ, ਲੰਘ ਜਾਂਦੇ ਕੋਲ ਦੀ, ਤੁਹਾਨੂੰ ਰਿਝਾਵੇ ਨਾ, ਕਿਉਂਕਿ ਪਰਾਇਆ ਹੈ ਭਾਈ, ਮੇਰਾ ਨਹੀਂ। ਪਰ ਧਨ ਕੋ ਪੱਥਰ ਮਾਨੋ ਪਰ ਤ੍ਰਿਆ ਮਾਤ ਸਮਾਨ। ਸਾਡੇ ਗੁਰੂਆਂ ਨੇ, ਸਾਡੇ ਸੰਤਾਂ ਨੇ ਸਾਨੂੰ ਕੈਸੇ ਕੈਸੇ ਉਪਦੇਸ਼ ਦਿੱਤੇ
ਤੇ ਜਿਹੜੇ ਇਉਂ ਕਰਦੇ ਐ ਕਿ ਪਰ ਧਨ ਨੂੰ ਪੱਥਰ ਸਮਝਦੇ ਆ ਤੇ ਪਰਾਈ ਤ੍ਰਿਆ ਔਰਤ ਜਾਤੀ ਨੂੰ ਆਪਣੀ ਮਾਂ ਭੈਣ ਸਮਝਦੇ ਆ, ਉਹਨਾਂ ਨੂੰ ਕਿਸੇ ਖੇਤਰ ਦੇ ਵਿੱਚ ਵੀ ਰੁਕਾਵਟ ਨਹੀਂ ਆਏਗੀ। ਜਿਹੜੇ ਇਹਨਾਂ ਦੀ ਉਲੰਘਣਾ ਕਰਦੇ ਉਹੀ ਜੇਲ੍ਹਾਂ ਦੇ ਵਿੱਚ ਪੁਲਿਸ ਦੀਆਂ ਧੱਕੇ ਖਾਂਦੇ ਆ। ਕਿਉਂ ਖਾਂਦੇ ਆ? ਪੁਲਿਸ ਦਾ ਕਿਹੜਾ ਕਿਸੇ ਨਾਲ ਵੈਰ ਹੈ? ਪੁਲਿਸ ਤੋਂ ਅਸੀਂ ਲੋਕ ਦੁਖੀ ਹੋਏ ਸਹਾਇਤਾ ਮੰਗਦੇ ਆ, ਤਾਂ ਪੁਲਿਸ ਸਾਡੀ ਸਹਾਇਤਾ ਵਾਸਤੇ ਗੰਦਿਆਂ ਬੰਦਿਆਂ ਨੂੰ ਪਰੇਸ਼ਾਨ ਕਰਦੀ ਹੈ, ਪੀੜਾ ਦਿੰਦੀ ਹੈ। ਤਾਂ ਮਤਲਬ ਤਾਂ ਇਹ ਹੈ ਵੀ ਤੁਸੀਂ ਆਪਣੇ ਖਾਨਦਾਨ ਨੂੰ ਕੁਝ ਜਾਣਦੇ ਆ ਕਿ ਨਹੀਂ? ਪਿਛਲਿਆਂ ਦੀ ਰਹੁ ਰੀਤ ਨੂੰ ਵੇਖ ਕੇ ਚੱਲੋ, ਤੁਹਾਨੂੰ ਲੋਕ ਸਲਾਮਾਂ ਕਰਨ ਤੇ ਤੁਹਾਨੂੰ ਲੋਕ ਵੇਖ ਕੇ ਟੀਵੀ ਚੈਨਲ ਤੇ ਵੇਖਦੇ ਆ, ਉਹਨਾਂ ਨੂੰ ਲੋਕ ਥੂ ਥੂ ਕਰਦੇ ਆ। ਕਿਹੜੇ ਕਿ ਜਿਨ੍ਹਾਂ ਦੇ 100 ਕਿੱਲਿਆਂ ਦੇ ਮਾਲਕਾਂ ਦੇ ਬੱਚਿਆਂ ਨੂੰ ਕਿਉਂ ਉਹਨਾਂ ਦੀ ਮਾਰਗ ਗਲਤ ਫੜ ਲਿਆ, ਤੇ ਜਿਹੜੇ ਹੋਰ ਮਮਾਨੇ ਮਾਰਗ ਗਲਤ ਫੜਿਆ ਉਹਨਾਂ ਲਈ ਅਜੇ ਵੀ ਮੌਕਾ ਆਪਣਾ ਮਾਰਗ ਬਦਲ ਸਕਦੇ ਆ। ਸ਼ੁਭ ਮਾਰਗ ਮੇ ਆ ਜਾਣ ਤਾਂ ਉਹਨਾਂ ਲੋਕਾਂ ਦੀ ਇਸ ਕੋਸ਼ਿਸ਼ ਕਰਨਾ ਕਿ ਜਿੰਨੀ ਅਸੀਂ ਆਪਣੇ ਵੱਡਿਆਂ ਵਡੇਰਿਆਂ ਦੀ ਜਿੰਨੇ ਆਪਣੇ ਕੋਲ ਗੋਤ ਵਾਲਿਆਂ ਦੀ ਨਰਾਦਰੀ ਕਰਾਈ ਹੈ, ਮੈਂ ਜਿਉਂਦਾ ਜਿਉਂਦਾ ਆਪਣੇ ਸਰੀਰ ਤੇ ਉਹਨਾਂ ਦੇ ਕਲੰਕ ਲਾ ਦਿਆਂ। ਇਹ ਮਨ ਚ ਵਿਚਾਰ ਉਹਦੇ ਹੋਣਾ ਚਾਹੀਏ।